ਹੈਲੋ ਸਟੂਡੈਂਟਸ, ਅੱਜ मैं ਤੁਹਾਨੂੰ ਜਮਾਤ 10ਵੀਂ ਦਾ ਅਧਿਆਇ 5ਵਾਂ ਅੰਕ ਗਣਿਤਕ ਲੜੀਆਂ ਕਰਵਾਉਣ ਜਾ ਰਿਹਾ ਹਾਂ, ਜਿਸ ਨੂੰ ਅੰਗਰੇਜ਼ੀ ਵਿੱਚ ਅਰਥਮੈਟਿਕ ਪ੍ਰੋਗਰੈਸ਼ਨ ਕਿਹਾ ਜਾਂਦਾ ਹੈ। ਇਸ ਨੂੰ ਸਮਝਣ ਲਈ ਮੈਂ ਕੁਝ ਉਦਾਹਰਨਾਂ ਲਈਆਂ ਹਨ ਕਿ ਅੰਕਗਣਿਤਕ ਲੜੀਆਂ ਹੁੰਦੀਆਂ ਕੀ ਹਨ। ਸੰਖਿਆਵਾਂ ਦੀ ਇੱਕ ਅਜਿਹੀ ਲੜੀ ਜਿਨ੍ਹਾਂ ਵਿੱਚ ਹਰੇਕ ਸੰਖਿਆ ਦੇ ਵਿੱਚ ਅੰਤਰ ਸਮਾਨ ਰਹਿੰਦਾ ਹੈ, ਜਿਵੇਂ ਕਿ ਉਦਾਹਰਨ ਪਹਿਲੀ ਵਿੱਚ 2 5 8 11। ਤਾਂ ਦੇਖਿਆ ਜਾਏ ਤਾਂ ਇਹਨਾਂ ਵਿੱਚ ਅੰਤਰ ਕੀ ਹੈ? 3 ਦਾ ਅੰਤਰ ਆ ਰਿਹਾ ਹੈ। ਇਹ ਅੰਤਰ ਸਮਾਨ ਹੈ। 2 ਵਿੱਚ ਮੈਂ 3 ਜੋੜਾਂਗਾ ਤਾਂ 5 ਪ੍ਰਾਪਤ ਹੋ ਗਿਆ, 5 ਵਿੱਚ 3 ਜੋੜਾਂਗੇ ਤਾਂ ਆਪਾਂ 8 ਪ੍ਰਾਪਤ ਹੋ ਗਿਆ, 8 ਵਿੱਚ 3 ਜੋੜਾਂਗੇ ਤਾਂ 11 ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਆਪਾਂ ਇਸ ਤੋਂ ਅਗਲੀ ਸੰਖਿਆ ਵੀ ਪ੍ਰਾਪਤ ਕਰ ਸਕਦੇ ਹਾਂ। ਭਾਵ ਇੱਕ ਨਿਸ਼ਚਿਤ ਸੰਖਿਆ ਜਿਹੜੀ ਹੈ ਅੰਤਰ 3 ਦਾ ਆ ਰਿਹਾ ਹੈ। ਇੱਕ ਨਿਸ਼ਚਿਤ ਸੰਖਿਆ 3 ਨੂੰ ਜੋੜਨ 'ਤੇ ਆਪਣੇ ਕੋਲ ਅਗਲੀ ਸੰਖਿਆ ਪ੍ਰਾਪਤ ਹੋ ਰਹੀ ਹੈ। ਜੇ 11 ਤੋਂ ਅਗਲੀ ਸੰਖਿਆ ਲਿਖਣੀ ਹੋਵੇ ਤਾਂ ਆਪਾਂ 11 ਦੇ ਵਿੱਚ 3 ਜੋੜਾਂਗੇ ਤਾਂ ਆਪਣੇ ਕੋਲ 14 ਪ੍ਰਾਪਤ ਹੋਵੇਗਾ। ਇਸੇ ਤਰ੍ਹਾਂ ਆਪਾਂ ਹੋਰ ਸੰਖਿਆਵਾਂ ਵੀ ਪ੍ਰਾਪਤ ਕਰ ਸਕਦੇ ਹਾਂ। ਉਸੇ ਤਰ੍ਹਾਂ ਇੱਕ ਹੋਰ ਉਦਾਹਰਨ ਹੈ, ਜਿਵੇਂ ਕਿ 8 ਦੇ ਗੁਣਾਂਕ। 8 ਦੇ ਗੁਣਾਂਕ ਭਾਵ 8 ਦਾ ਪਹਾੜਾ ਜਿਵੇਂ ਆਪਾਂ ਲਿਖਦੇ ਹਾਂ 8 16 24 32। ਤਾਂ ਇਸ ਤਰ੍ਹਾਂ ਆਪਾਂ ਦੇਖੀਏ ਕਿ ਇਹਨਾਂ ਦੇ ਵਿਚਕਾਰ ਵੀ ਅੰਤਰ ਜਿਹੜਾ ਹੈਗਾ ਉਹ 8 ਦਾ ਆ ਰਿਹਾ ਹੈ। ਜਿਹੜਾ ਇਹ ਅੰਤਰ ਹੈ ਉਹ 8 ਦਾ ਆ ਰਿਹਾ ਹੈ। ਜਿਹੜਾ ਇਹ ਅੰਤਰ ਨੂੰ ਆਪਾਂ ਕਾਮਨ ਡਿਫਰੈਂਸ ਵੀ ਕਹਿੰਦੇ ਹਾਂ। ਕਾਮਨ ਡਿਫਰੈਂਸ ਹਰੇਕ ਸੰਖਿਆ ਦੇ ਵਿਚਕਾਰ ਜਿਹੜਾ ਅੰਤਰ ਹੈਗਾ ਉਹ ਕੀ ਹੈ? ਸਮਾਨ ਹੈ। ਕਾਮਨ ਡਿਫਰੈਂਸ d ਬਰਾਬਰ 8। ਇਸ ਦੇ ਵਿੱਚ ਕਾਮਨ ਡਿਫਰੈਂਸ d ਬਰਾਬਰ 3। ਉਸ ਤਰ੍ਹਾਂ ਇੱਕ ਹੋਰ ਮੈਂ ਲੜੀ ਲਿਖੀ ਹੈ, ਜਿਵੇਂ ਕਿ 100 90 80 70। ਹੁਣ ਇਹਦੇ ਵਿੱਚ ਦੇਖਿਆ ਜਾਵੇ ਕਿ ਇਹਨਾਂ ਦੇ ਵਿਚਕਾਰ ਵੀ ਅੰਤਰ ਜਿਹੜਾ ਹੈ ਉਹ ਸਮਾਨ ਹੈ, ਪਰ ਇਹ ਜਿਹੜੀ ਸੰਖਿਆ ਘਟਦੇ ਕ੍ਰਮ ਦੇ ਵਿੱਚ ਹੈ। ਜੇ ਆਪਾਂ ਦੇਖੀਏ 100 ਦੇ ਵਿੱਚੋਂ ਆਪਾਂ 10 ਘਟਾਈਏ ਤਾਂ 90 ਪ੍ਰਾਪਤ ਹੋ ਜਾਂਦਾ ਹੈ। 90 ਵਿੱਚ ਆਪਾਂ 10 ਘਟਾਈਏ ਤਾਂ 80 ਪ੍ਰਾਪਤ ਹੋ ਜਾਂਦਾ ਹੈ। 80 ਵਿੱਚ 10 ਘਟਾਈਏ 70 ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਇਹਨਾਂ ਸੰਖਿਆਵਾਂ ਦੇ ਵਿੱਚ ਜਿਹੜਾ ਅੰਤਰ ਹੈ ਉਹ -10 ਦਾ ਹੈ। ਭਾਵ ਕਿ ਆਪਾਂ 100 ਦੇ ਵਿੱਚ -10 ਨੂੰ ਜੋੜੀਏ ਤਾਂ ਆਪਣੇ ਕੋਲ ਕੀ ਪ੍ਰਾਪਤ ਹੁੰਦਾ ਹੈ? 100 -10 ਬਰਾਬਰ 90। ਉਸੇ ਤਰ੍ਹਾਂ 90 ਦੇ ਵਿੱਚ ਆਪਾਂ 10 ਘਟਾਈਏ ਤਾਂ ਆਪਣੇ ਕੋਲ 80 ਪ੍ਰਾਪਤ ਹੁੰਦਾ ਹੈ। 80 ਵਿੱਚ 10 ਘਟਾਈਏ ਤਾਂ 70 ਪ੍ਰਾਪਤ ਹੁੰਦਾ ਹੈ। ਅਤੇ ਜੇ 70 ਤੋਂ ਅਗਲੀ ਸੰਖਿਆ ਪ੍ਰਾਪਤ ਕਰਨੀ ਹੋਵੇ ਤਾਂ 70 ਵਿੱਚ ਆਪਾਂ -10 ਨੂੰ ਜੋੜਾਂਗੇ। 70 ± -10 ਤਾਂ 70 ਵਿੱਚ 10 ਘਟਾਏ 60। ਤਾਂ ਇਸ ਲਈ ਜਿਹੜੀ ਇਹ ਤੋਂ ਬਾਅਦ ਵਾਲੀ ਸੰਖਿਆ ਉਹ ਕੀ ਆਏਗੀ? 60। ਇਹਨਾਂ ਉਦਾਹਰਨਾਂ ਤੋਂ ਆਪਾਂ ਦੇਖਦੇ ਹਾਂ ਕਿ ਇਹ ਤਿੰਨੋਂ ਲੜੀਆਂ ਵੱਖਰੇ ਵੱਖਰੇ ਤੌਰ 'ਤੇ ਅੰਕਗਣਿਤਕ ਲੜੀਆਂ ਬਣਾ ਰਹੀਆਂ ਹਨ। ਮੈਂ ਇੱਥੇ ਇੱਕ ਉਦਾਹਰਨ ਲਿਖੀ ਹੈ 5 10 15 20। ਇਹਨਾਂ ਨੂੰ ਆਪਾਂ A1 A2 A3 A4 ਆਦਿ ਨਾਲ ਵੀ ਲਿਖ ਸਕਦੇ ਹਾਂ। ਇੱਥੇ A1 ਜਿਹੜਾ ਹੈਗਾ ਉਹ 5 ਪਹਿਲੇ ਸਥਾਨ 'ਤੇ ਹੈ, ਇਸ ਲਈ ਇਸ ਨੂੰ ਪਹਿਲਾ ਪਦ ਭਾਵ ਫਸਟ ਟਰਮ। A2 10 ਆਪਣੇ ਕੋਲ ਦੂਸਰੇ ਸਥਾਨ 'ਤੇ ਹੈ, ਇਸ ਨੂੰ ਦੂਜਾ ਪਦ ਸੈਕਿੰਡ ਟਰਮ ਕਵਾਂਗੇ। ਉਸ ਤਰ੍ਹਾਂ A3 ਤੀਸਰੇ ਸਥਾਨ 'ਤੇ ਆਪਣੇ ਕੋਲ ਕੀ ਆ ਰਿਹਾ ਹੈਗਾ 15। ਇਹ ਕੀ ਹੈ? ਤੀਜਾ ਪਦ ਹੈ, ਇਸ ਨੂੰ ਥਰਡ ਟਰਮ। ਇਸ ਤਰ੍ਹਾਂ 20 ਚੌਥੇ ਨੰਬਰ 'ਤੇ ਤਾਂ ਆਪਾਂ A4 ਨੂੰ ਚੌਥਾ ਪਦ ਕਵਾਂਗੇ। ਇਸ ਤਰ੍ਹਾਂ ਕੋਈ ਵੀ ਸੰਖਿਆਵਾਂ ਜਿਹੜੀਆਂ ਹੈਗੀਆਂ, ਜੇ ਮੰਨ ਲਓ ਇੱਥੇ ਆਪਣੇ ਕੋਲ ਅਖੀਰ 'ਤੇ ਕੋਈ ਸੰਖਿਆ ਆ ਜਾਂਦੀ ਹੈ, ਮੰਨ ਲਓ 80 ਆ ਗਿਆ। 80 ਕੀ ਹੈ? ਇਸ ਲੜੀ ਦੀ ਇੱਕ ਅਖੀਰਲੀ ਸੰਖਿਆ ਹੈ, ਕਿਉਂਕਿ ਮੈਂ ਇੱਥੇ ਕੀ ਆ ਅੱਗੋਂ ਡੈਸ਼ ਨਹੀਂ ਪਾ ਰਿਹਾ। ਜੇ ਡੈਸ਼ ਨਹੀਂ ਪਾ ਰਹੇ ਤਾਂ ਦੈਟ ਮੀਨਸ ਕੀ ਹੈ ਕਿ ਇਹ ਇੱਕ ਆਖਰੀ ਸੰਖਿਆ ਹੈ। ਤਾਂ ਆਖਰੀ ਸੰਖਿਆ ਨੂੰ ਆਪਾਂ an ਬਰਾਬਰ l, ਮਤਲਬ ਇਸ ਨੂੰ an ਨਾਲ ਵੀ ਲਿਖਿਆ ਜਾ ਸਕਦਾ ਹੈ, ਇਸ ਨੂੰ l ਨਾਲ ਵੀ ਲਿਖਿਆ ਜਾ ਸਕਦਾ ਹੈ। l ਮਤਲਬ ਲਾਸਟ ਟਰਮ। ਤਾਂ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਸਮਝੀ ਸੀ ਕਿ ਇਹ ਸੰਖਿਆਵਾਂ ਦੇ ਵਿਚਕਾਰ ਜਿਹੜਾ ਅੰਤਰ ਹੈ ਉਹ ਕੀ ਹੈ? ਸਮਾਨ ਹੈ। ਇਹ ਜਿਹੜਾ ਅੰਤਰ ਹੈ ਇਹਨੂੰ ਲਿਖਣ ਦਾ ਇੱਕ ਤਰੀਕਾ ਹੈ, ਹਮੇਸ਼ਾ ਅਗਲੀ ਸੰਖਿਆ ਦੇ ਵਿੱਚੋਂ ਪਿਛਲੀ ਸੰਖਿਆ ਨੂੰ ਘਟਾਉਣਾ ਹੈ। ਮੰਨ ਲਓ A2 ਹੈ ਤਾਂ A2 ਦੇ ਵਿੱਚੋਂ ਆਪਾਂ A1 ਨੂੰ ਘਟਾਉਣਾ ਹੈ, ਇਹਦੇ ਵਿੱਚੋਂ ਇਹਨੂੰ ਨਹੀਂ ਘਟਾਉਣਾ। ਜਿਵੇਂ ਦੇਖੋ A2 - A1। ਉਸੇ ਤਰ੍ਹਾਂ ਅਗਲੀ
दो संख्यावां दे विचकार जिहड़ा अंतर है इस नूं आपां की लिखांगे A3 माइनस A2। फिर अगलियां दो संख्यावां दे विचकार जिहड़ा अंतर है उसनूं की है A4 माइनस A3। तो इस तरह होर भी संख्यावां दे विचकार जिहड़ा अंतर हो की है बराबर रहना चाहिए है। तो A2 की है 10 है, ये 10 लिख लिया इत्थे। A1 की है फस्ट टर्म है 5 है, फिर बराबर थले बराबर A3। तीसरे स्थान पर जी संख्या है 15। तीसरे स्थान वाली संख्या से पिछली जी संख्या A2 वो कितनी है 10 है। फिर चौथे स्थान पर जी संख्या 20 है, उदों पिछली टर्म जी हैगी A3 वो कितनी हैगी है 15। तो आप देखिए इन्हों का अंतर जोड़ा आ रहा वो की है 5। इत्थे इन्हों का अंतर कितना आ रहा है 5 बराबर, इत्थे अंतर कितना आ रहा है 5। इसलिए सारे पासे की अंतर बराबर आ रहा है। तो फिर यह जी लड़ी हैगी वो की है एक अंक गणितक लड़ी है। ये जो डी का अंतर जे तुसी इस तरह नहीं लिखना चाहते तो तुसी इस तरह भी लिख सकते हो डी बराबर A2 माइनस A1। इसनों पहला पता कर लो 10 माइनस 5 बराबर कितना आ गया 5। फिर डी बराबर की है अगले दो रकमां का जोड़ा है अंतर, जिमें A3 माइनस A2। A3 कितना है 15, A2 कितना है 10। तो इन्हों का अंतर कितना आ गया 5। फिर उस तो बाद डी अगलियां संख्यावां दे विचकार अंतर जोड़ा है A2 माइनस A1, A2 A3 A4। तो इत्थे आपां लिखांगे A4। A4 पिछली संख्या A3 आप घटावांगे तो A4 है 20, A3 है 15। तो उनका अंतर कितना आ गया 5। इसलिए जो अंतर है वो की है समान आ रहा है। इसलिए जी लड़ी है वो की है एक अंक गणितक लड़ी है। इस तरह अंक गणितक लड़ी संख्यावां की एक अजिही लड़ी है जिसकी हरेक पिछली संख्या विच एक निश्चित संख्या नूं जोड़न ते अगली संख्या प्राप्त की जा सकती है। उदाहरण के तौर पर 5 विच मैं 5 जोड़िया तो 10 प्राप्त होया, 10 विच मैं 5 जोड़िया 15 प्राप्त होया, 15 विच मैं 5 जोड़िया 20 प्राप्त होया। इस तरह आप अगों भी बहुत सारिया संख्यावां लिख सकते हाँ। तो इन्हां विच एक निश्चित संख्या जिहड़ी है वो की है 5 है। निश्चित संख्या भाव अंतर डी बराबर की आ रहा है 5। तो डी जिहड़ा हैगा ये किवें प्राप्त हुंदा है, दूसरी संख्या दे विचों पहली संख्या नूं की है घटा के, फिर तीसरी संख्या 15 उनके चो फिर आप दूसरी संख्या घटावांगे। इन्हां दा जिहड़ा अंतर है वो 5 दा है, इन्हां दा अंतर जिहड़ा हैगा वो 5 दा है। फिर 20 दे विचों आपां 15 घटावांगे, पिछली संख्या घटावांगे तो अपने कोल अंतर फिर 5 दा आ गया। इस तरह जेकर यह अंतर की है समान है, अंतर समान है तो यह लड़ी नूं आपां अंक गणितक लड़ी भाव ए जिमें कि एक सवाल है 4 10 16 22। तो कहते कि दसो कि ये जी लड़ी है वो अंक गणितक है या नहीं है। ये लड़ी अंक गणितक है या नहीं है। जे ये अंक गणितक हैगी है तो आपां की है अगले दो पद की है पता करने हैं। तो जे नहीं हैगी फिर तो आप पता करने की लोड़ ही नहीं गी, क्योंकि वो आपां नूं की पता कि अगली संख्या किहड़ी आएगी। इसलिए इनू आपां करना किवें करांगे, पहला लिखांगे A1। A1 कितना है 4, A2 दूसरे स्थान पर क्या आ रहा है 10, A3 तीसरे स्थान पर क्या आ रहा है 16। अपन तीन ही ये संख्यावां काफ़ी है लिख ये जानने लई कि यह अंक गणितक है या नहीं है। जरूरी नहीं गा कि आप अगों देखना है, बस ये ध्यान रखियो कि दोवां नाल नहीं पता लगेगा, दोवां नाल अंतर तो हो जाएगा पर यह नहीं पता लगेगा कि यह अंक गणितक है या नहीं है। इसलिए की है तीन संख्यावां का घट्टो घट्ट होना जरूरी है। तो इनू करने लई की है पहला आप डी पता करांगे कि यह अंक गणितक है या नहीं है। जो डी है डी का फॉर्मूला मैं जिवें तुहानूं दस्सिआ A2 माइनस A1 बराबर A3 माइनस A2 बराबर अंतर जोड़ा है वो बराबर होना चाहिए अगों भी। A2 दूसरे स्थान पर की आ रहा है 10, पहले स्थान पर 4 बराबर थले बराबर A3 तीसरे स्थान पर 16 दूसरे स्थान पर 10 बराबर, फिर अगों होर भी जो अंतर है वह भी बराबर आएगा। 10 के विचों 4 घटाए 6, 16 विचों 10 घटाए 6। जे इत्थे अंतर बराबर है तो दैट मीनस की है कि अगों अंतर भी की है ये बराबर होएगा। इसलिए दिती हुई लड़ी एक अंकगणितक लड़ी है। इन्हें इस तरह लिख लो कि दिती हुई लड़ी AP है। हुण जेकर यह AP है
ਤਾਂ ਆਪਾਂ ਕੀ ਹੈ ਅਗਲੇ ਦੋ ਪਦ ਪਤਾ ਕਰਨੇ ਹਨ। ਤਾਂ ਜੇ ਦੇਖਿਆ ਜਾਏ ਤਾਂ ਇਹ ਜਿਹੜਾ ਹੈਗਾ ਇਹ ਚੌਥੇ ਨੰਬਰ ਤੇ ਹੈ, ਇਹ ਚੌਥਾ ਪਦ ਹੈ। ਤਾਂ ਆਪਾਂ ਕੀ ਹੈ ਅਗਲਾ ਪਦ ਪੰਜਵਾਂ ਪਦ ਪਤਾ ਕਰਨਾ ਹੈ। ਤਾਂ A5 ਇਹ ਪ੍ਰਾਪਤ ਕਰਨ ਲਈ ਕੀ ਹੈ ਆਪਾਂ ਜੇ ਦੇਖੀਏ ਤਾਂ ਇਹਦੇ ਵਿੱਚ ਆਪਾਂ ਸਾਂਝਾ ਅੰਤਰ ਜਿਹੜਾ 6 ਹੈ, 6 ਜੋੜੇ 10 ਪ੍ਰਾਪਤ ਹੋ ਗਿਆ, 10 ਵਿੱਚ 6 ਜੋੜੇ 16 ਪ੍ਰਾਪਤ ਹੋ ਗਿਆ, 16 ਵਿੱਚ 6 ਜੋੜਿਆ 22 ਪ੍ਰਾਪਤ ਹੋ ਗਿਆ। ਤਾਂ ਆਪਾਂ 22 ਤੋਂ ਅਗਲੀ ਸੰਖਿਆ ਦੇਖਣੀ ਹੈ ਵੀ, ਯਾਨੀ ਕਿ ਆਹ ਜਿਹੜੀ ਸੰਖਿਆ ਪਿਛਲੀ ਸੰਖਿਆ ਹੈਗੀ ਹੈ ਉਹਦੇ ਵਿੱਚ ਇੱਕ ਨਿਸ਼ਚਿਤ ਸੰਖਿਆ ਡੀ ਨੂੰ ਜੋੜ ਕੇ ਆਪਾਂ ਅਗਲੀ ਸੰਖਿਆ ਪ੍ਰਾਪਤ ਕਰ ਸਕਦੇ ਹਾਂ। ਤਾਂ ਚੌਥੇ ਸਥਾਨ ਤੇ 22 ਹੈ, ਡੀ ਜਿਹੜਾ ਸਾਂਝਾ ਅੰਤਰ ਉਹ 6 ਆ ਰਿਹਾ, ਤਾਂ ਇਸ ਨੂੰ ਜੋੜੋਗੇ ਤਾਂ ਕੀ ਆਏਗਾ 28। ਉਸੇ ਤਰ੍ਹਾਂ ਆਪਾਂ A6 ਪ੍ਰਾਪਤ ਕਰ ਸਕਦੇ ਹਾਂ। ਜੇਕਰ ਕੀ ਹੈ A5 ਸਹੀ ਹੈ ਆਪਣਾ, ਇਹ 6 ਦੇ ਅੰਤਰ ਨਾਲ ਆਪਾਂ 22 ਤੋਂ ਅਗਲੀ ਰਕਮ 6 ਜੋੜ ਕੇ 28 ਪ੍ਰਾਪਤ ਜੇ ਕਰ ਲਿਆ ਤਾਂ ਆਪਾਂ ਕੀ ਹੈ 6ਵੇਂ ਨੰਬਰ ਤੇ 6ਵੇਂ ਸਥਾਨ ਦੇ ਸੰਖਿਆ ਉਹ ਪਤਾ ਕਰ ਸਕਦੇ ਹਾਂ। ਤਾਂ ਇਹ ਵੀ ਕੀ ਹੈ ਪਿਛਲੀ ਸੰਖਿਆ ਦੇ ਵਿੱਚ ਇੱਕ ਸਾਂਝਾ ਅੰਤਰ ਆਪਾਂ ਜੋੜ ਦਈਏ। ਪਿਛਲੀ ਸੰਖਿਆ ਕਿਹੜੀ ਆਪਾਂ ਪ੍ਰਾਪਤ ਕੀਤੀ ਹੈ 28, ਉਹਦੇ ਵਿੱਚ ਸਾਂਝਾ ਅੰਤਰ ਕੀ ਹੈ 6। ਜੇ ਆਪਾਂ ਇਹਨੂੰ ਜੋੜਦੇ ਹਾਂ ਤਾਂ ਆਪਣੇ ਕੋਲ ਇਹ ਕੀ ਪ੍ਰਾਪਤ ਹੁੰਦਾ ਹੈ 34। ਇਸ ਤਰ੍ਹਾਂ ਅਗਲੀਆਂ ਦੋ ਸੰਖਿਆਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਜੇਕਰ ਆਪਾਂ ਕੀ ਹੈ ਸਾਂਝਾ ਅੰਤਰ ਜਿਹੜਾ ਹੈਗਾ ਉਹ ਸਹੀ ਪ੍ਰਾਪਤ ਕੀਤਾ ਹੈ। ਇੱਕ ਹੋਰ ਉਦਾਹਰਨ ਲੈਂਦੇ ਹਾਂ, ਜਿਵੇਂ 2 2 2 2 ਦੱਸੋ ਕਿ ਇਹ AP ਹੈ ਜਾਂ ਨਹੀਂ ਹੈ। ਆਪਾਂ ਇਹ ਦੇਖਣ ਲਈ ਆਪਾਂ ਕੀ ਦੇਖਾਂਗੇ ਕਿ ਜੇਕਰ D ਆਪਣੇ ਕੋਲ ਕੀ ਹੈ ਹਰੇਕ ਸੰਖਿਆਵਾਂ ਦੇ ਵਿਚਕਾਰ ਜਿਹੜਾ ਅੰਤਰ ਹੈ ਜੇ ਉਹ ਬਰਾਬਰ ਆਉਂਦਾ ਹੈ ਤਾਂ ਉਹ AP ਹੈ। ਜੇ D ਅੰਤਰ ਜਿਹੜਾ ਹੈਗਾ ਉਹ ਬਰਾਬਰ ਨਹੀਂ ਆ ਰਿਹਾ ਤਾਂ ਫਿਰ ਕੀ ਹੈ ਉਹ ਇਹ ਲੜੀ ਕੀ ਹੈ AP ਨਹੀਂ ਹੈ। ਤਾਂ ਇਹਦੇ ਵਿੱਚ ਆਪਾਂ ਦੇਖੀਏ ਕਿ ਪਹਿਲੇ ਸਥਾਨ ਤੇ ਆਪਣੇ ਕੋਲ ਕੀ ਹੈ 2, ਦੂਸਰੇ ਸਥਾਨ ਤੇ ਕੀ ਹੈ 2, ਤੀਸਰੇ ਸਥਾਨ ਤੇ ਕੀ ਹੈ 2। ਤਾਂ ਆਪਾਂ ਤਿੰਨ ਹੀ ਕੀ ਹੈ ਸੰਖਿਆਵਾਂ ਲਵਾਂਗੇ। ਤਾਂ ਜਿਹੜਾ D ਹੈ D ਕੀ ਲਿਖਾਂਗੇ ਆਪਾਂ A2 ਮਾਈਨਸ A1 ਬਰਾਬਰ A3 ਮਾਈਨਸ A2 ਬਰਾਬਰ ਅੱਗੋਂ ਲਿਖਣ ਦੀ ਲੋੜ ਨਹੀਂ A2 ਦੂਸਰੇ ਸਥਾਨ ਤੇ ਕੀ ਹੈ 2 ਹੈ, ਪਹਿਲੇ ਸਥਾਨ ਤੇ ਕੀ ਹੈ 2 ਹੈ, ਫਿਰ ਉਵੇਂ ਤੀਸਰੇ ਸਥਾਨ ਤੇ ਕੀ ਹੈ 2 ਹੈ ਆਪਣੇ ਕੋਲ, ਦੂਸਰੇ ਸਥਾਨ ਤੇ ਕੀ ਹੈ 2 ਹੈ, ਬਰਾਬਰ ਥੱਲੇ ਬਰਾਬਰ ਲਿਖਣਾ ਹੈ, ਮਾਈਨਸ ਥੱਲੇ ਮਾਈਨਸ। ਇਹ ਧਿਆਨ ਰੱਖਿਓ ਕਿ ਕੋਈ ਗੜਬੜ ਨਹੀਂ ਹੋਣੀ ਚਾਹੀਦੀ। ਤਾਂ ਇਹਨਾਂ ਦੋਨਾਂ ਨੂੰ ਘਟਾਓਗੇ ਤਾਂ 0, ਇਹਨਾਂ ਦੋਨਾਂ ਨੂੰ ਘਟਾਓਗੇ ਤਾਂ 0। ਜਿਹੜਾ ਇੱਕ ਸਾਂਝਾ ਅੰਤਰ ਹੈ ਕੀ ਹੈ ਉਹ ਹਰੇਕ ਸੰਖਿਆਵਾਂ ਦੇ ਵਿਚਕਾਰ ਅੰਤਰ ਜਿਹੜਾ ਹੈਗਾ ਉਹ ਬਰਾਬਰ ਹੈ। ਇਸ ਲਈ ਇਹ ਵੀ ਲੜੀ ਜਿਹੜੀ ਹੈਗੀ ਹੈ ਉਹ AP ਹੈ, ਇਹ AP ਹੈ। ਹੁਣ ਜਿਵੇਂ ਕਿ ਇੱਕ ਹੋਰ ਉਦਾਹਰਨ ਆਪਣੇ ਕੋਲ ਕਹਿੰਦੇ ਸੰਖਿਆਵਾਂ ਦੀ ਲੜੀ ਹੈ, ਅਗਲਾ ਪਦ ਪਤਾ ਕਰੋ। ਭਾਵ ਕਿ ਪਹਿਲੇ 3 ਪਦ ਦਿੱਤੇ ਹੋਏ ਹਨ, ਅਗਲਾ ਪਦ ਪਤਾ ਕਰਨ ਨੂੰ ਕਹਿ ਰਹੇ ਹੈ। ਤਾਂ ਇਹਦੇ ਵਿੱਚ ਆਪਣੇ ਕੋਲ ਇਹ ਜ਼ਰੂਰੀ ਹੈ ਕਿ ਇਹਨਾਂ ਦੇ ਵਿਚਕਾਰ ਅੰਤਰ ਜੇਕਰ ਬਰਾਬਰ ਆ ਰਿਹਾ ਹੈ ਤਾਂ ਇਹ ਇੱਕ ਅੰਕਗਣਿਤਕ ਲੜੀ ਹੋਏਗੀ, ਨਹੀਂ ਤਾਂ ਆਪਾਂ ਅਗਲਾ ਪਦ ਪਤਾ ਨਹੀਂ ਕਰ ਸਕਦੇ। ਤਾਂ ਉਹਦੇ ਲਈ ਆਪਾਂ D ਦਾ ਮੁੱਲ ਪ੍ਰਾਪਤ ਕਰਦੇ ਹੁੰਦੇ, ਜਿਵੇਂ D ਬਰਾਬਰ A2 ਮਾਈਨਸ A1 A3 ਮਾਈਨਸ A2 A2 ਮਾਈਨਸ A1 ਮਤਲਬ ਦੂਸਰੀ ਸੰਖਿਆ ਜੋ ਪਿਛਲੀ ਪਹਿਲੀ ਸੰਖਿਆ ਨੂੰ ਘਟਾ ਕੇ ਤੀਸਰੀ ਚੋਂ ਦੂਸਰੀ ਸੰਖਿਆ ਨੂੰ ਘਟਾ ਕੇ ਆਪਾਂ ਕੀ ਹੈ ਸਾਂਝਾ ਅੰਤਰ ਪ੍ਰਾਪਤ ਕਰ ਸਕਦੇ ਹਾਂ। ਜੇ ਸਾਂਝਾ ਅੰਤਰ ਬਰਾਬਰ ਆ ਗਿਆ ਤਾਂ ਆਪਾਂ ਕੀ ਹੈ ਅਗਲਾ ਪਦ ਵੀ ਪ੍ਰਾਪਤ ਕਰ ਸਕਦੇ ਹਾਂ। ਤਾਂ ਇਹਦੇ ਵਿੱਚ ਦੇਖਿਆ ਜਾਏ A2 ਦੂਸਰੇ ਸਥਾਨ ਤੇ ਕੀ ਪਿਆ -5, ਫਿਰ ਕੀ ਹੈ ਮਾਈਨਸ ਦਾ ਨਿਸ਼ਾਨ ਹੈ, ਫਿਰ ਹੈ A1 ਕਿੰਨਾ -3। ਆ ਦੋ ਨਿਸ਼ਾਨ ਇਕੱਠੇ ਹੈ, ਇਸ ਨੂੰ ਕੀ ਹੈ ਬ੍ਰੈਕਟ ਵਿੱਚ ਲਿਖ ਲੈਣਾ ਇਹਨੂੰ, ਕਿਉਂਕਿ ਦੋ ਨਿਸ਼ਾਨ ਕਦੇ ਵੀ ਇਕੱਠੇ ਨਹੀਂ ਲਿਖੇ ਜਾਂਦੇ। ਤੇ ਇਸ ਲਈ ਆਹ ਨਿਸ਼ਾਨ ਤਾਂ ਆਪਦੀ ਜਗ੍ਹਾ ਤੇ ਹੈ ਹੀ, ਬਾਕੀ ਇਹਨਾਂ ਦੇ ਮੁੱਲ ਭਰੇ ਹੈ। ਫਿਰ ਬਰਾਬਰ ਥੱਲੇ ਬਰਾਬਰ A3। ਤੀਸਰੇ ਨੰਬਰ ਤੇ ਕੀ ਆ ਰਿਹਾ -7 ਆ ਰਿਹਾ, ਫਿਰ ਕਾਹਦਾ ਨਿਸ਼ਾਨ ਹੈ ਮਾਈਨਸ ਦਾ, ਫਿਰ A2 ਹੈ, A2 ਕੀ ਹੈ ਇਹ -5 ਹੈ। ਆਹ ਦੋ ਨਿਸ਼ਾਨ ਇਕੱਠੇ ਫਿਰ ਆ ਗਏ, ਇਹਨਾਂ ਨੂੰ ਫਿਰ ਬ੍ਰੈਕਟ ਵਿੱਚ ਲਿਖ ਲਓ, ਫਿਰ ਬਰਾਬਰ ਆਪਣੇ ਕੋਲ ਕੀ ਇੱਥੇ -5। ਆਹ ਦੋ ਨਿਸ਼ਾਨ ਜਦੋਂ ਇਕੱਠੇ ਹੁੰਦੇ ਆ ਤਾਂ ਉਹਨਾਂ ਤੋਂ ਆਪਾਂ ਇੱਕ ਨਿਸ਼ਾਨ ਬਣਾ ਲੈਣਾ ਮਾਈਨਸ ਮਾਈਨਸ ਪਲੱਸ, ਤੇ ਇੱਧਰ ਲਿਖ ਲਓ 3 ਬਰਾਬਰ ਥੱਲੇ ਬਰਾਬਰ ਮਾਈਨਸ ਮਾਈਨਸ ਪਲੱਸ 5 ਬਰਾਬਰ। ਹੁਣ 5 ਮਾਈਨਸ ਦਾ ਹੈ, 3 ਕੀ ਹੈ ਪਲੱਸ ਦਾ ਹੈ, ਤਾਂ ਪਲੱਸ ਮਾਈਨਸ ਜਦੋਂ ਉਲਟੇ ਨਿਸ਼ਾਨ ਹੁੰਦੇ ਹੈ ਤਾਂ ਆਪਾਂ ਇਹਨਾਂ ਨੂੰ ਘਟਾਉਣਾ ਹੈ, ਪਲੱਸ ਮਾਈਨਸ ਮਾਈਨਸ ਘਟਾਓਗੇ ਤਾਂ ਕਿੰਨਾ ਆ ਗਿਆ 2। ਵੱਡੀ ਸੰਖਿਆ ਕਿਹੜੀ ਹੈ 5 ਹੈ, 5 ਅੱਗੇ ਨਿਸ਼ਾਨ ਮਾਈਨਸ ਹੈ ਤਾਂ ਮਾਈਨਸ ਦਾ ਨਿਸ਼ਾਨ ਇੱਥੇ ਲਿਖ ਲਓਗੇ। ਉਵੇਂ ਪਲੱਸ ਮਾਈਨਸ ਮਾਈਨਸ, ਜੇ ਮਾਈਨਸ ਹੈ ਤਾਂ ਇਹਨੂੰ ਘਟਾ ਦਿਓ 7 ਮਾਈਨਸ 5 2, ਵੱਡੀ ਸੰਖਿਆ ਅੱਗੇ ਕਾਹਦਾ ਨਿਸ਼ਾਨ ਹੈ ਮਾਈਨਸ ਦਾ, ਫਿਰ ਬਰਾਬਰ ਹੈ। ਹੁਣ ਦੇਖਿਆ ਜਾਏ ਕਿ ਆਹ ਜਿਹੜਾ ਅੰਤਰ ਹੈ -2 ਆ ਰਿਹਾ, ਦੋਨੋਂ ਬਰਾਬਰ ਆ ਰਹੇ ਹੈ, ਤਾਂ ਜਿਹੜਾ D ਹੈ ਸਾਂਝਾ ਅੰਤਰ ਹੈ ਉਹ ਕੀ ਹੈ -2।
ਜਦੋਂ ਆਪਣੇ ਕੋਲ ਡੀ ਪ੍ਰਾਪਤ ਹੋ ਜਾਂਦਾ ਹੈ ਤਾਂ ਆਪਾਂ ਕੀ ਹੈ ਅਗਲਾ ਪਦ ਵੀ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਕਿ ਆਪਣੇ ਕੋਲ ਇਹ ਕੀ ਹੈ ਤੀਸਰੇ ਨੰਬਰ ਤੇ ਹੈ, ਤੀਸਰਾ ਪਦ ਹੈ ਆਪਣੇ ਕੋਲ, ਤਾਂ ਆਪਾਂ ਚੌਥਾ ਪਦ ਪ੍ਰਾਪਤ ਕਰਨਾ ਹੈ। ਤਾਂ ਕੀ ਕਰਾਂਗੇ ਆਪਾਂ ਪਿਛਲੀ ਜਿਹੜੀ ਹੈਗੀ ਹੈ ਸੰਖਿਆ ਉਹਦੇ ਵਿੱਚ ਆਪਾਂ ਸਾਂਝਾ ਅੰਤਰ ਡੀ ਜੋੜ ਦੇਵਾਂਗੇ। ਪਿਛਲਾ ਪਦ ਆਪਣੇ ਕੋਲ a3 ਕਿੰਨਾ ਹੈਗਾ -7, ਤਾਂ ਆਪਾਂ ਜੋੜਨਾ ਹੈ। ਕੀ ਜੋੜਨਾ ਹੈ? ਡੀ ਸਾਂਝਾ ਅੰਤਰ -2। ਤਾਂ ਹੁਣ ਇੱਥੇ ਫਿਰ -2 ਆਪਾਂ ਲਿਖਾਂਗੇ ਜਦੋਂ ਤਾਂ ਦੋ ਨਿਸ਼ਾਨ ਇਕੱਠੇ ਆ ਗਏ ਤਾਂ ਇਹਨੂੰ ਕੀ ਲਿਖੋਗੇ ਬ੍ਰੈਕਟ ਵਿੱਚ ਪਲੱਸ ਮਾਈਨਸ ਮਾਈਨਸ ਤੇ 2। ਜਦੋਂ ਨਿਸ਼ਾਨ ਇੱਕੋ ਜਿਹੇ ਹੁੰਦੇ ਆ ਸੰਖਿਆਵਾਂ ਨੂੰ ਜੋੜਨਾ ਮਾਈਨਸ ਮਾਈਨਸ ਪਲੱਸ ਪਲੱਸ ਕਰੋਗੇ ਤਾਂ ਕੀ ਆ ਜਾਏਗਾ ਇਹ 9। ਤਾਂ ਪਰ ਵੱਡੀ ਸੰਖਿਆ ਕਿਹੜੀ ਹੈ 7, ਉਹਦੇ ਅੱਗੇ ਨਿਸ਼ਾਨ ਮਾਈਨਸ ਹੈ ਤਾਂ ਮਾਈਨਸ ਦਾ ਨਿਸ਼ਾਨ ਪਾ ਦਿਓ। ਇਸ ਲਈ ਜਿਹੜਾ ਚੌਥਾ ਪਦ ਹੈ ਅਗਲਾ ਪਦ ਹੈ ਉਹ ਕਿੰਨਾ ਆ ਗਿਆ ਆਪਣੇ ਕੋਲ -9। ਹੁਣ ਆਪਾਂ ਜਿਹੜਾ ਅਗਲਾ ਸਵਾਲ ਕਰਨਾ ਹੈ ਇਹ ਇਸ ਅੰਗਨਿਤਕ ਲੜੀ ਦੇ ਇੱਕ ਸੂਤਰ ਦੁਆਰਾ ਕਰਾਂਗੇ। ਇਹ ਸੂਤਰ ਕਦੋਂ ਵਰਤਣਾ ਹੈ? ਜਦੋਂ ਆਪਾਂ ਨੂੰ ਕਿਹਾ ਹੋਵੇ ਕਿ ਜਿਵੇਂ ਇੱਥੇ ਲਿਖਿਆ ਹੈ ਕਿ 26ਵਾਂ ਪਦ ਪਤਾ ਕਰੋ, ਭਾਵ 26ਵੇਂ ਸਥਾਨ 'ਤੇ ਕੀ ਆ ਰਿਹਾ ਹੈ, ਕਿਹੜੀ ਸੰਖਿਆ ਆ ਰਹੀ ਹੈ। ਜਿਵੇਂ ਮੰਨ ਲਓ ਇਹ ਪਹਿਲੇ ਸਥਾਨ 'ਤੇ ਹੈ a1, ਇਹ ਦੂਸਰੇ ਸਥਾਨ 'ਤੇ ਹੈ a2, ਇਹ ਤੀਸਰੇ ਸਥਾਨ 'ਤੇ ਹੈ। ਉਸ ਤਰ੍ਹਾਂ 26ਵੇਂ ਸਥਾਨ 'ਤੇ ਕੀ ਆ ਰਿਹਾ ਹੈ ਆਪਾਂ ਉਹ ਪਤਾ ਕਰਨਾ ਹੈ। ਤਾਂ ਹੁਣ ਇੱਥੇ ਮੈਂ ਜਿਹੜਾ ਪੈਰ ਵਿੱਚ 26 ਲਿਖਿਆ ਹੈ ਤਾਂ ਉਹ ਇੱਥੇ ਮੈਂ ਕੀ ਲਿਖਿਆ n ਲਿਖਿਆ, ਮਤਲਬ ਇੱਥੇ n ਸਾਰੀ ਚੀਜ਼ਾਂ ਵਾਸਤੇ ਹੈ। 26ਵਾਂ ਪਦ ਵੀ ਕਹਿ ਸਕਦੇ ਹੈ, 50ਵਾਂ ਪਦ ਵੀ ਕਹਿ ਸਕਦੇ ਹੈ। ਕੋਈ ਵੀ ਸੰਖਿਆ ਪ੍ਰਾਪਤ ਕਰਨੀ ਹੋਵੇ ਆਪਾਂ ਨੂੰ ਇਹ ਕਿਹਾ ਜਾਏਗਾ ਇਹਦੇ ਵਿੱਚ ਕਿ ਸਥਾਨ ਪਤਾ ਕਰੋ ਕਿ 26ਵੇਂ ਸਥਾਨ 'ਤੇ ਕੀ ਆ ਰਿਹਾ ਹੈ। ਤਾਂ ਉਹਦੇ ਲਈ ਕੀ ਆਪਾਂ ਇਸ ਸੂਤਰ ਦੀ ਕੀ ਹੈ ਵਰਤੋਂ ਕਰਾਂਗੇ। ਆਓ ਇਹਨੂੰ ਆਪਾਂ ਸਮਝੀਏ ਧਿਆਨ ਨਾਲ ਕਿ ਕਿਸ ਤਰ੍ਹਾਂ ਇਹਦੀ ਵਰਤੋਂ ਕਰਨੀ ਹੈ। ਜਿਵੇਂ ਕਿ 26ਵੇਂ ਸਥਾਨ 'ਤੇ ਗਿਆ ਹੈ, ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਹੈ ਕੀ ਕੁਛ ਚਾਹੀਦਾ ਹੈ। ਜਿਵੇਂ a ਇੱਥੇ ਕੀ ਹੈ ਫਸਟ ਟਰਮ ਹੈ a1, ਇਹਨੂੰ ਤੁਸੀਂ a ਵੀ ਲਿਖ ਸਕਦੇ ਹੋ a1 ਵੀ ਲਿਖ ਸਕਦੇ ਹੋ। n ਇੱਥੇ n ਦੀ ਜਗ੍ਹਾ 'ਤੇ ਆਪਾਂ ਕੀ ਭਰਾਂਗੇ 26, ਫਿਰ ਇੱਥੇ ਵੀ 26 ਭਰਾਂਗੇ। ਹੋਰ ਕੀ ਚਾਹੀਦਾ ਆਪਾਂ ਨੂੰ d, ਤਾਂ ਇਹਦੇ ਵਿੱਚ ਆਪਾਂ d ਸਭ ਤੋਂ ਪਹਿਲਾਂ ਪ੍ਰਾਪਤ ਕਰਾਂਗੇ। ਤਾਂ d ਜਿਹੜਾ ਹੈ ਨੋਰਮਲੀ ਆਪਾਂ ਜਿਵੇਂ ਪਹਿਲਾਂ ਸਵਾਲ ਕਰਦੇ ਆ ਰਹੇ ਹਾਂ a2 ਮਾਈਨਸ a1 ਬਰਾਬਰ a3 ਮਾਈਨਸ a2। d ਜਿਹੜਾ ਹੈ ਇਹ ਅੱਗੋਂ ਮੈਂ ਤਾਂ ਲਿਖਿਆ ਤਾਂ ਕਿ ਆਪਾਂ ਨੂੰ ਇਹ ਪਤਾ ਲੱਗ ਜਾਏ ਕਿ ਆਪਣਾ ਸਵਾਲ ਆ ਸਹੀ ਹੈ, ਸਾਂਝਾ ਅੰਤਰ ਜਿਹੜਾ ਆ ਰਿਹਾ ਉਹ ਬਿਲਕੁਲ ਸਹੀ ਹੈ। ਜੇ ਸਾਂਝਾ ਅੰਤਰ ਗਲਤ ਹੋਇਆ ਤਾਂ ਅੱਗੋਂ ਸਵਾਲ ਹੱਲ ਨਹੀਂ ਹੋਏਗਾ, ਚਾਹੇ ਆਪਾਂ ਨੂੰ ਦਿੱਤਾ ਹੋਇਆ ਕਿ ਇਹ ਅੰਕਗਣਿਤਕ ਲੜੀ ਹੈ। ਤਾਂ ਇਹਦੇ ਵਿੱਚ ਇੱਥੇ ਲਿਖ ਲਓ ਅੰਕਗਣਿਤਕ ਲੜੀ ਹੈ AP ਹੈ। ਤਾਂ ਹੁਣ ਇਹਦੇ ਵਿੱਚ a2 10 ਹੈ, a1 5 ਹੈ, a3 15 ਹੈ, a2 ਕਿੰਨਾ ਹੈਗਾ 10 ਹੈ। ਤਾਂ ਇਹਨਾਂ ਵਿਚਕਾਰ ਅੰਤਰ 5 ਦਾ ਆ ਰਿਹਾ ਹੈ, ਇਹਨਾਂ ਵਿਚਕਾਰ ਅੰਤਰ 5 ਦਾ ਆ ਰਿਹਾ ਹੈ। ਇਸ ਲਈ ਜਿਹੜਾ d ਹੈ ਉਹ ਕਿੰਨਾ ਆ ਗਿਆ 5। ਹੁਣ ਆਪਾਂ ਇਹ ਪਤਾ ਕਰ ਸਕਦੇ ਹਾਂ ਕਿ 26ਵੇਂ ਨੰਬਰ 'ਤੇ ਕੀ ਆ ਰਿਹਾ ਹੈ। ਉਹਦੇ ਲਈ ਆਪਾਂ ਇਹ ਸੂਤਰ ਲਿਖਾਂਗੇ an ਬਰਾਬਰ a ਪਲੱਸ n ਮਾਈਨਸ 1 ਇੰਟੂ d। ਇੱਥੇ ਆਪਾਂ n ਦੀ ਜਗ੍ਹਾ 'ਤੇ ਕੀ ਭਰਾਂਗੇ 26, ਕਿਉਂਕਿ 26ਵਾਂ ਪਦ ਪਤਾ ਕਰਨਾ ਹੈ। a 26 ਬਰਾਬਰ a ਮਤਲਬ ਪਹਿਲੀ ਸੰਖਿਆ ਫਸਟ ਟਰਮ ਉਹ ਕੀ ਆ ਰਹੀ ਹੈ 5, ਫਿਰ ਪਲੱਸ ਹੈ n ਦੀ ਜਗ੍ਹਾ 'ਤੇ ਆਪਾਂ ਕੀ ਭਰਾਂਗੇ 26 ਮਾਈਨਸ 1, d ਸਾਂਝਾ ਅੰਤਰ ਕਿੰਨਾ ਹੈ 5। ਤਾਂ ਬਰਾਬਰ ਥੱਲੇ ਬਰਾਬਰ 5 ਪਲੱਸ 26 ਮਾਈਨਸ 1 25। 25 ਨੂੰ ਆਪਾਂ ਕੀ ਹੈ 5 ਨਾਲ ਗੁਣਾ ਕਰਾਂਗੇ। 5 ਪਲੱਸ ਇਹ ਬ੍ਰੈਕਟ ਹੈ, ਬ੍ਰੈਕਟ ਤੋਂ ਬਾਅਦ ਕੋਈ ਵੀ ਨਿਸ਼ਾਨ ਨਹੀਂ ਹੈਗਾ ਤਾਂ ਇਹਦਾ ਮਤਲਬ ਇਹਨਾਂ ਨੂੰ ਕੀ ਕਰਨਾ ਆਪਾਂ ਗੁਣਾ ਕਰਨਾ ਹੈ। 25 5 125 ਪਲੱਸ 5 ਕਰਾਂਗੇ 130। ਤਾਂ ਇਹਦਾ ਮਤਲਬ 26ਵੇਂ ਸਥਾਨ 'ਤੇ ਭਾਵ 26ਵੀਂ ਟਰਮ ਜਿਹੜੀ ਹੈਗੀ ਹੈ ਉਹ ਕੀ ਆਪਣੇ ਕੋਲ 130 ਸੰਖਿਆ ਆਏਗੀ ਇੱਥੇ। ਜਿਵੇਂ ਇੱਥੇ 5 ਹੈ 10 ਹੈ 15 ਹੈ, ਉਵੇਂ 26ਵੇਂ ਸਥਾਨ 'ਤੇ 130 ਆਏਗਾ।